ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ। ਬੀਤੇ ਹਫਤੇ ਦੇ ਵਿੱਚ ਬੈਕ ਟੂ ਬੈਕ ਆਪਾਂ ਬਹੁਤ ਹੀ ਸੰਜੀਦਾ ਅਪਰਾਧ ਜਗਤ ਦੇ ਨਾਲ ਜੁੜੇ ਬਹੁਤ ਹੀ ਵੱਡੇ ਕੇਸਿਸ ਨੂੰ ਰਿਪੋਰਟ ਕੀਤਾ ਹੈ, ਕਈ ਖੁਲਾਸੇ ਕੀਤੇ ਨੇ। ਉਸ ਸੀਰੀਜ਼ ਨੂੰ ਇੱਕ ਬ੍ਰੇਕ ਦੇਣ ਦਾ ਸਮਾਂ ਹੈ क्योंकि एक बर्नआउट महसूस कर रहे हैं। सो अज थोड़ा जा मूड ते माहौल बदलने की कोशिश करांगे ते एक सियासी मुद्दे उत्ते इस रिपोर्ट नूं लैके मैं थोड़े सामने हाज़र होया हाँ। पंजाब दी खेतरी अते पंथक सियासत दी नुमाइंदा जमात मन्नी जाण वाली शिरोमणी अकाली दल जो कि बीते 7 सालों तो एक बहुत ही गंभीर सियासी ते पंथक संकट दे विच घिरी हुई है। बेअदबी के 2015 के केसां तो लैके 2022 ਦੀਆਂ विधान सभा चोणां दे विच लगातार दूसरी बार पार्टी दी एक बहुत ही करारी हार। ਉਹ ਪਾਰਟੀ जो कि पंजाब ਦੇ ਵਿੱਚ ਇੱਕ ਰਿਕਾਰਡ ਕਾਇਮ ਕਰ ਚੁੱਕੀ ਸੀ, बैक टू बैक 2 ਸਰਕਾਰਾਂ ਬਣਾ ਕੇ 2007 ਤੋਂ ਲੈ ਕੇ 2017 ਤੱਕ, ਉਸ ਦਾ ਹਾਲ 2022 ਦੇ ਵਿੱਚ ਅਜਿਹਾ ਹੋ ਗਿਆ ਕਿ ਉਹ ਪਾਰਟੀ ਤਕਰੀਬਨ ਡੈਸੀਮੇਸ਼ਨ ਦੇ ਯਾਨੀ ਕਿ ਖਾਤਮੇ ਦੇ ਨੇੜੇ, ਸਿਆਸੀ ਨਿਊਮੈਰੀਕਲ ਖਾਤਮੇ ਦੇ ਨੇੜੇ ਪੰਜਾਬ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕੀ ਹੈ। ਮਹਿਜ਼ 3 ਵਿਧਾਇਕ ਇਸ ਪਾਰਟੀ ਕੋਲ ਨੇ। 15 ਵਿਧਾਇਕ 2017 ਵਿੱਚ ਚੁਣੇ ਗਏ ਸਨ। ਸੋ ਪਾਰਟੀ ਦਾ ਜਿਹੜਾ ਗ੍ਰਾਫ ਹੈ ਉਹ ਡਾਊਨਵਰਡ ਚੱਲਦਾ ਪਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਨੇ ਪੂਰੇ ਹਾਲਾਤ ਦੀ ਸਮੀਖਿਆ ਤੇ ਆਪਣੀ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਇਕਬਾਲ ਸਿੰਘ ਝੁੰਦਾ ਕਮੇਟੀ ਬਣਾਈ, ਜਿਸ ਨੇ ਵਿਆਪਕ ਪੱਧਰ ਉੱਤੇ ਆਪਣੀ ਘੋਖ ਕਰਕੇ ਇੱਕ ਰਿਪੋਰਟ ਸਬਮਿਟ ਕੀਤੀ। ਰਿਪੋਰਟ ਸਬਮਿਟ ਹੋਣ ਤੋਂ ਬਾਅਦ ਬਹੁਤ ਕਿਆਸ ਲਾਏ ਗਏ, ਬਹੁਤ ਕਿਸਮ ਦੀਆਂ ਖਬਰਾਂ ਆਈਆਂ। ਪਾਰਟੀ ਦੇ ਅੰਦਰ ਖਾਤਿਓਂ ਕਈ ਲੀਡਰਾਂ ਨੇ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਬਦਲਾਅ ਦੀ ਗੱਲ ਕਹੀ। ਇਹ ਸੁਰ ਪਬਲਿਕ ਡੋਮੇਨ ਦੇ ਉੱਤੇ ਪਬਲਿਕ ਮੰਚਾਂ ਤੋਂ ਵੀ ਉੱਭਰੇ ਤੇ ਪਾਰਟੀ ਦੇ ਅੰਦਰ ਤਾਂ ਉੱਭਰ ਹੀ ਰਹੇ ਸਨ। ਲੇਕਿਨ ਇਹ ਸਾਰੇ ਦੇ ਸਾਰੇ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਯਾਨੀ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਉਹਨਾਂ ਦੇ ਅਹੁਦੇ ਨੂੰ ਛੱਡਣ ਨੂੰ ਲੈ ਕੇ ਜਿੰਨੇ ਕਿਆਸ ਸਨ ਉਹਨਾਂ ਉੱਤੇ ਵਿਰਾਮ ਲੱਗ ਗਿਆ ਤੇ ਪਾਰਟੀ ਦੀ ਇੱਕ ਡਿਸਪਲਿਨਰੀ ਕਮੇਟੀ ਤੇ ਉਸਦੇ ਮੈਂਬਰਾਂ ਨੇ ਸਪਸ਼ਟ ਕਰਤਾ ਕਿ ਸੁਖਬੀਰ ਬਾਦਲ ਹੀ ਪਾਰਟੀ ਦੇ ਪ੍ਰਧਾਨ ਰਹਿਣਗੇ। ਸੋ ਪਾਰਟੀ ਨੇ ਇਹਨਾਂ ਸਮਿਆਂ ਦੇ ਵਿੱਚ ਯਾਨੀ ਕਿ ਬੀਤੇ 6 ਮਹੀਨਿਆਂ ਦੇ ਵਿੱਚ ਕੀ ਸਮੀਖਿਆ ਕੀਤੀ, ਇਕਬਾਲ ਸਿੰਘ ਝੁੰਦਾ ਕਮੇਟੀ ਦੀ ਜਿਹੜੀ ਵੀ ਰਿਪੋਰਟ ਸੀ ਉਸ ਉੱਤੇ ਕੀ ਐਕਸ਼ਨ ਟੇਕਨ ਰਿਹਾ, ਇਸ ਨੂੰ ਆਪਣੇ ਪੱਧਰ ਉੱਤੇ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ 13 ਨੁਕਾਤੀ 13 ਪੁਆਇੰਟ ਪ੍ਰੋਗਰਾਮ ਦੇ ਜ਼ਰੀਏ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਿਆ। ਇਹ ਕਿਹਾ ਗਿਆ ਕਿ ਅਕਾਲੀ ਦਲ ਦੇ ਰਿਵਾਈਵਲ ਦਾ ਤੇ ਉਸ ਦੇ ਸਰਵਾਈਵਲ ਦਾ, ਮੈਂ ਇਸ ਨੂੰ ਰਿਵਾਈਵਲ ਘੱਟ ਤੇ ਸਰਵਾਈਵਲ ਜ਼ਿਆਦਾ ਕਹਾਂਗਾ, ਉਸ ਸਰਵਾਈਵਲ ਦਾ ਰੋਡ ਮੈਪ ਇਹ 13 ਪੁਆਇੰਟ ਦਾ ਪ੍ਰੋਗਰਾਮ ਹੈ, ਜਿਸ ਵਿੱਚ ਕਈ ਚੰਗੇ ਪੱਖ ਤੇ ਕਈ ਬਹੁਤ ਹੀ ਪੋਜ਼ਿਟਿਵ ਗੱਲਾਂ ਬਾਤਾਂ ਪਾਰਟੀ ਪ੍ਰਧਾਨ ਨੇ ਸਾਹਮਣੇ ਰੱਖਿਆ ਨੇ। ਲੇਕਿਨ ਅਕਾਲੀ ਦਲ ਦਾ 13 ਪੁਆਇੰਟ ਦਾ ਏਜੰਡਾ ਕੀ ਗਰਦਿਸ਼ ਦੇ ਵਿੱਚ ਚੱਲ ਰਹੇ ਸਿਆਸੀ ਸਿਤਾਰਿਆਂ ਦੀ ਚਾਲ ਨੂੰ ਬਦਲ ਸਕੇਗਾ? एक बहुत बड़ा सवाल है, क्योंकि वो मेन पॉइंट जो कि पार्टी की लीडरशिप दे विच लोड़ींदे ते जरूरी बदलाव की शक्ल दे विच सब दे सामने सी, वो एक सवाल सी, उसनूं कोई भी स्पष्ट जवाब नहीं मिल पाया है। यानी कि सुखबीर सिंह बादल पार्टी के प्रधान के रूप में कायम रहेंगे तो उन्होंने ये प्रधानगी आने वाले कुछ साल तक तुरनी है। लेकिन उस तो बाद भी उन्होंने अजिहा खरड़ा सामने रखा है जिस विच उन्हां दी प्रधानगी नूं घट्टो घट्ट 10 साल होर 5-5 साल ਦੀਆਂ 2 ਟਰਮਸ ਨੂੰ ਬੈਕ ਟੂ ਬੈਕ ਅੱਗੇ ਤੋਰਿਆ ਜਾ ਸਕੇਗਾ। ਲੇਕਿਨ ਸਭ ਤੋਂ ਪਹਿਲਾਂ ਸਮਝ ਲੈਣਾ ਹੈ ਕਿ 13 ਪੁਆਇੰਟ ਦਾ ਪ੍ਰੋਗਰਾਮ ਹੈ ਕੀ ਤੇ ਦੀਆਂ ਹਾਈਲਾਈਟਸ ਕੀ ਨੇ। ਮੇਨ ਜਿਹੜੇ 2 ਪੁਆਇੰਟਸ ਨੇ ਉਸ ਨੂੰ ਮੈਂ ਸਭ ਤੋਂ ਅਖੀਰ ਦੇ ਵਿੱਚ ਡਿਸਕਸ ਕਰਾਂਗਾ। ਲੇਕਿਨ ਮੁੱਢਲੀ ਗੱਲ ਕਰ ਲਈਏ ਤਾਂ ਪਾਰਟੀ ਪ੍ਰਧਾਨ ਨੇ ਕੋਈ ਅਜਿਹੀਆਂ ਗੱਲਾਂ ਨਹੀਂ ਕੀਤੀਆਂ ਜਿਸ ਤੋਂ ਐਂ ਲੱਗ ਰਿਹਾ ਹੋਵੇ ਕਿ ਬਹੁਤ ਇੱਕ ਪਾਥ ਬ੍ਰੇਕਿੰਗ ਜਾਂ रोड मैप है वो लोगों के सामने या पार्टी वर्करां के सामने सुखबीर सिंह बादल ने रखा होवे। सो की कह रहे हैं, वो कह रहे हैं कि एक डिसिप्लिनरी कमेटी बनावांगे जिसका पहले ऐलान करता गया है तो समझा गया कि इस अनुशासनात्मक कार्रवाई करने वाली कमेटी का मकसद सी सुखबीर बादल या पार्टी लीडरशिप के खिलाफ उठने वालियां आवाज़ों ਨੂੰ ਦਬਾਉਣ ਦਾ ਕੰਮ ਕਰਨਾ। ਮਲੂਕਾ ਵਰਗੇ ਲੀਡਰ ਇਸ ਅਨੁਸ਼ਾਸਨਾਤਮਕ ਜਿਹੜੀ ਕਮੇਟੀ ਹੈਗੀ ਹੈ ਉਸ ਦੇ ਚੇਅਰਮੈਨ ਹੈਗੇ ਨੇ। ਸੋ ਕੀ ਆਸ ਕਰ ਸਕਦੇ ਹੋ ਅਜਿਹੇ ਲੀਡਰਾਂ ਤੇ ਅਜਿਹੀ ਕਮੇਟੀ ਤੋਂ? ਸੋ ਇੱਕ ਡਿਸਪਲਿਨਰੀ ਕਮੇਟੀ ਬਣਦੀ ਹੈ, ਇਸ ਦੇ ਨਾਲ ਇੱਕ ਪਾਰਲੀਮੈਂਟਰੀ ਬੋਰਡ ਬਣੇਗਾ ਜੋ ਕਿ ਪਾਰਟੀ ਦੇ ਪੋਟੈਂਸ਼ੀਅਲ ਕੈਂਡੀਡੇਟਸ ਦੀ ਮੈਰਿਟ ਡੀਮੈਰਿਟਸ ਨੂੰ ਐਗਜ਼ਾਮਿਨ ਕਰੇਗਾ। ਪ੍ਰਧਾਨ ਨੂੰ ਆਪਣੇ ਲਈ ਇੱਕ ਐਡਵਾਈਜ਼ਰੀ ਬੋਰਡ ਚਾਹੀਦਾ ਹੈ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਹੋਰ ਵਰਕਰਾਂ ਦੇ ਵਿੱਚੋਂ ਇਹ ਐਡਵਾਈਜ਼ਰੀ ਬੋਰਡ ਦੇ ਮੈਂਬਰ ਚੁਣੇ ਜਾਣਗੇ। ਸੋ ਰਸਮੀ ਗੱਲਾਂ ਬਾਤਾਂ ਜੋ ਕਿ ਜ਼ਿਆਦਾ ਕੁਝ ਮਾਇਨੇ ਨਹੀਂ ਰੱਖਦੀਆਂ। ਜਿਹੜੀ ਚੀਜ਼ ਥੋੜੀ ਬਹੁਤ ਮਾਇਨੇ ਰੱਖਦੀ ਹੈ ਉਹ ਹੈ ਪਾਰਟੀ ਦੇ ਵਿੱਚ ਜਿਹੜੇ ਯੂਥ ਯਾਨੀ ਕਿ ਯੁਵਾਵਾਂ ਨੂੰ ਜ਼ਿਆਦਾ ਰਿਪਰੈਜ਼ੈਂਟੇਸ਼ਨ, ਨੁਮਾਇੰਦਗੀ ਦੇਣ ਦਾ ਇੱਕ ਰੋਡ ਮੈਪ। ਕਿਉਂਕਿ ਇਸ ਪੱਖੋਂ ਪਾਰਟੀ ਨੇ ਕਈ ਅਜਿਹੇ ਅਨਾਉਂਸਮੈਂਟਸ ਕੀਤੀਆਂ ਨੇ ਜਿਸ ਵਿੱਚ ਸਭ ਤੋਂ ਅਹਿਮ ਅਨਾਉਂਸਮੈਂਟ ਇਹ ਹੈ ਕਿ ਪਾਰਟੀ ਦੇ 117 ਹਲਕਿਆਂ ਦੇ ਜਿਹੜੇ ਉਮੀਦਵਾਰ ਹੋਣਗੇ, ਹਾਲਾਂਕਿ ਇਲੈਕਸ਼ਨ ਤਾਂ 2027 ਦੇ ਵਿੱਚ ਹੈ, ਲੇਕਿਨ 117 ਹਲਕਿਆਂ ਦੇ ਵਿੱਚੋਂ 50% ਜਿਹੜੇ ਹਲਕੇ ਹੋਣਗੇ ਉਹਨਾਂ ਲਈ ਯੁਵਾਵਾਂ ਦੀ ਚੋਣ ਕੀਤੀ ਜਾਏਗੀ। ਯਾਨੀ ਕਿ 50 ਸਾਲ ਤੋਂ ਘੱਟ ਦੇ ਕੈਂਡੀਡੇਟਸ ਜਾਂ ਉਮੀਦਵਾਰਾਂ ਨੂੰ ਹੀ ਚੋਣ ਅਖਾੜੇ ਦੇ ਵਿੱਚ ਉਤਾਰਿਆ ਜਾਏਗਾ। ਇਹਨਾਂ ਵਿੱਚ ਮਹਿਲਾਵਾਂ ਵੀ ਹੋਣਗੀਆਂ। ਸੋ ਦਿਸ ਇਜ਼ ਅ ਪੋਜ਼ਿਟਿਵ ਸਾਈਨ। ਇਸ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਜਿਹੜੇ ਮੈਂਬਰ ਹੋਣਗੇ ਉਹਨਾਂ ਦੀ ਉਮਰ 35 ਸਾਲ ਤੋਂ ਥੱਲੇ ਹੋਣੀ ਚਾਹੀਦੀ ਹੈ। ऑल इंडिया सिख स्टूडेंट फैडरेशन या SOI वर्गी जिहड़ियां स्टूडेंट विंग्स ने, जथेबंदियां ने, उन्हां दे उम्मीदवारां या उन्हां दे जिहड़े मैंबर्स हैगे ने उन्हां दी
ਐਵਰੇਜ ਜਿਹੜੀ ਏਜ ਹੈ ਉਹ 30 ਸਾਲ ਤੋਂ ਥੱਲੇ ਹੋਣੀ ਚਾਹੀਦੀ ਹੈ। ਸੋ ਯੁਵਾ ਦੀ ਕੀ ਪਰਿਭਾਸ਼ਾ ਹੈ, ਯੂਥ ਅਕਾਲੀ ਦਲ ਜਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ SOI ਦੇ ਪੱਖੋਂ ਉਸ ਨੂੰ ਵੀ ਦੁਬਾਰਾ ਰੀਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹ ਕੁਝ ਅਜਿਹੇ ਸਟੈਪਸ ਨੇ ਜੋ ਕਿ ਇਸ਼ਾਰਾ ਕਰਦੇ ਨੇ ਕਿ ਪਾਰਟੀ ਦੀ ਜਥੇਬੰਦੀ ਇਸ ਵਕਤ ਯੁਵਾਵਾਂ ਉੱਤੇ ਕਾਫੀ ਫੋਕਸ ਕਰਨਾ ਚਾਹੁੰਦੀ ਹੈ। ਲੇਕਿਨ ਇਹਨਾਂ ਸਾਰੇ ਫੈਸਲਿਆਂ ਤੋਂ ਮਹੱਤਵਪੂਰਨ ਜਿਹੜਾ ਫੈਸਲਾ ਹੈ ਉਹ ਇਹ ਹੈ ਕਿ ਪਾਰਟੀ ਨੇ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਣ ਦਾ ਫੈਸਲਾ ਲਿਆ ਹੈ। ਇੱਕ ਅਜਿਹਾ ਫੈਸਲਾ ਸੀ ਜਿਸ ਦੀ ਆਹਟ ਜਿਹੜੀ ਹੈ ਉਹ ਇਕਬਾਲ ਸਿੰਘ ਝੂੰਦਾ ਕਮੇਟੀ ਦੀ ਸਿਫਾਰਸ਼ਾਂ ਦੇ ਸਮੇਂ ਤੋਂ ਹੀ ਸਾਹਮਣੇ ਆ ਚੁੱਕੀ ਸੀ। ਸੋ ਵਨ ਫੈਮਿਲੀ ਵਨ ਟਿਕਟ ਇੱਕ ਬਹੁਤ ਹੀ ਵੈਲਕਮ ਸਟੈਪ ਹੈ। ਸ਼੍ਰੋਮਣੀ ਅਕਾਲੀ ਦਲ ਵਰਗੀ ਪਾਰਟੀ ਜਿਸ ਦੇ ਵਿੱਚ ਕੱਲੇ ਬਾਦਲ ਪਰਿਵਾਰ ਦੇ ਹੀ 6 ਮੈਂਬਰ ਇੱਕ ਸਮੇਂ ਦੇ ਉੱਤੇ ਇੱਕ ਟਰਮ ਦੇ ਵਿੱਚ ਵਜ਼ਾਰਤਾਂ ਦਾ ਆਨੰਦ ਮਾਣ ਰਹੇ ਸੀ, ਕੋਈ ਕੇਂਦਰ ਦੇ ਵਿੱਚ ਵਜ਼ੀਰ ਸੀ, ਕੋਈ ਪਾਰਲੀਮੈਂਟੇਰੀਅਨ ਸੀ ਤੇ 3-3 4-4 ਮਿਨਿਸਟਰ ਇਹਨਾਂ ਦੇ ਆਪਣੇ ਘਰਾਂ ਦੇ ਸਨ। ਲੇਕਿਨ ਹੁਣ ਵਨ ਫੈਮਿਲੀ ਵਨ ਟਿਕਟ ਦਾ ਫਾਰਮੂਲਾ ਜਦੋਂ ਪਾਰਟੀ ਦੇ ਵਿੱਚ ਲਾਗੂ ਹੁੰਦਾ ਹੈ ਉਸ ਤੋਂ ਬਾਅਦ ਸੂਰਤ ਹਾਲ ਕੀ ਹੋਏਗਾ, ਮੈਂ ਉਸ ਚੀਜ਼ ਨੂੰ ਇਮੇਜਿਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਤਾਪ ਕੈਰੋਂ, ਇਹ ਸਭ ਦੇ ਵਿੱਚੋਂ ਵਨ ਫੈਮਿਲੀ ਦਾ ਵਨ ਟਿਕਟ ਲੈਣ ਵਾਲਾ ਮੈਂਬਰ ਕੌਣ ਹੋਏਗਾ। ਤੇ ਇਹ ਵਨ ਫੈਮਿਲੀ ਵਨ ਟਿਕਟ ਦਾ ਜਿਹੜਾ ਫਾਰਮੂਲਾ ਹੈ ਕਿ ਵਿਧਾਨ ਸਭਾ ਇਲੈਕਸ਼ਨਸ ਤੇ ਪਾਰਲੀਮੈਂਟ ਦੇ ਇਲੈਕਸ਼ਨਸ ਨੂੰ ਇਕੱਠਾ ਵੇਖ ਕੇ ਤੈਅ ਕੀਤਾ ਜਾਏਗਾ ਜਾਂ ਫਿਰ ਇਹ ਮੰਨਿਆ ਜਾਏਗਾ ਕਿ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਇਹ ਪੈਮਾਨਾ ਅਲੱਗ ਪੱਧਰ ਉੱਤੇ ਲਾਗੂ ਹੋਏਗਾ, ਲੇਕਿਨ ਇਲੈਕਸ਼ਨ ਜਦੋਂ ਪਾਰਲੀਮੈਂਟ ਦੀ ਹੋਣੀ ਹੋਏਗੀ ਤਾਂ ਫਿਰ ਉਹਨਾਂ ਹੀ ਫੈਮਿਲੀ ਮੈਂਬਰਸ ਦੇ ਵਿੱਚੋਂ ਜਿਹੜੀ ਪਾਰਲੀਮੈਂਟ ਦੀ ਟਿਕਟ ਹੈ ਉਹ ਕਿਸੇ ਨਾ ਕਿਸੇ ਨੂੰ ਦਿੱਤੀ ਜਾਏਗੀ। ਸੋ ਜੇ ਇਸ ਤਰੀਕੇ ਦੇ ਨਾਲ ਇਸ ਫਾਰਮੂਲੇ ਨੂੰ ਲਾਗੂ ਕੀਤਾ ਜਾਣਾ ਹੈ ਤਾਂ ਉਸ ਦਾ ਪਰਪਸ ਕਾਫੀ ਹੱਦ ਤੱਕ ਡਿਫੀਟ ਹੁੰਦਾ ਹੈ। ਸੋ ਇਸ ਚੀਜ਼ ਨੂੰ ਅਜੇ ਕਲੈਰੀਫਾਈ ਆਪਾਂ ਹੁੰਦਾ ਹੋਇਆ ਨਹੀਂ ਵੇਖ ਪਾ ਰਹੇ ਹਾਂ, ਲੇਕਿਨ ਲੈ ਦੇ ਕੇ ਇੱਕ ਵੈਲਕਮ ਸਟੈਪ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਖੁਦ ਇਸ ਦੀ ਅਨਾਉਂਸਮੈਂਟ ਕਰਨਾ, ਭਾਵੇਂ ਉਹਨਾਂ ਨੇ ਆਪਣੇ ਦਿਲ ਦੇ ਉੱਤੇ ਪੱਥਰ ਰੱਖ ਕੇ ਅਨਾਉਂਸਮੈਂਟ ਕੀਤੀ ਹੋਵੇ, ਲੇਕਿਨ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਇੱਕ ਪਾਰਟੀ ਤੇ ਇੱਕ ਟਿਕਟ ਦੇ ਇਸੇ ਫਾਰਮੂਲੇ ਨੂੰ ਜੇ ਹਲਕਾ ਪੱਧਰ ਉੱਤੇ ਐਕਸਪੈਂਡ ਹੁੰਦੇ ਹੋਏ ਇਸ 13 ਪੁਆਇੰਟ ਦੇ ਏਜੰਡੇ ਦੇ ਵਿੱਚ ਵੇਖਿਆ ਜਾਏ ਤਾਂ ਉਸ ਵਿੱਚ ਇੱਕ ਅਨਾਉਂਸਮੈਂਟ ਜੋ ਕਾਬਿਲੇ ਤਾਰੀਫ ਹੈ ਉਹ ਇਹ ਹੈ ਕਿ ਹਲਕਾ ਇੰਚਾਰਜ ਜਿਹੜੇ ਅਕਾਲੀ ਦਲ ਦੇ ਹੋਣਗੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਚੇਅਰਮੈਨੀਆਂ ਤੇ ਉੱਚੇ ਅਹੁਦੇ ਨਹੀਂ ਦਿੱਤੇ ਜਾਣਗੇ। ਇੱਕ ਫੈਸਲਾ ਇਹ ਵੀ ਆਇਆ ਹੈ ਕਿ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਨੇ ਉਹ ਵੀ ਇਲੈਕਸ਼ਨ ਨਹੀਂ ਲੜ ਸਕਣਗੇ ਤੇ ਜੇ ਇਲੈਕਸ਼ਨ ਕਿਸੇ ਨੇ ਲੜਨਾ ਹੈ ਤਾਂ ਉਸ ਨੂੰ ਆਪਣੇ ਜ਼ਿਲ੍ਹੇ ਪ੍ਰਧਾਨਗੀ ਨੂੰ ਛੱਡਣਾ ਪਏਗਾ, ਉੱਥੋਂ ਉਸ ਨੂੰ ਅਸਤੀਫਾ ਦੇਣਾ ਪਏਗਾ। ਸਾਬਤ ਸੂਰਤ ਸਿੱਖ ਹੀ ਆਫਿਸ ਬੀਰਰ ਯਾਨੀ ਕਿ ਅਕਾਲੀ ਦਲ ਦੇ ਅਹੁਦੇਦਾਰ ਹੋ ਸਕਣਗੇ। ਕੋਰ ਕਮੇਟੀ ਦੇ ਵਿੱਚ ਸਾਰੇ ਧਰਮਾਂ, ਮਹਿਲਾਵਾਂ ਤੇ ਯੁਵਾਵਾਂ ਨੂੰ ਬਣਦੀ ਜਿਹੜੀ ਨੁਮਾਇੰਦਗੀ ਹੈ ਉਹ ਦਿੱਤੀ ਜਾਏਗੀ। ਇਸ ਤਰੀਕੇ ਦੇ ਕੁਝ ਵੈਲਕਮ ਫੈਸਲੇ ਵੀ ਅਕਾਲੀ ਦਲ ਨੇ ਲਏ ਨੇ, ਲੇਕਿਨ ਸਭ ਤੋਂ ਮਹੱਤਵਪੂਰਨ ਪੁਆਇੰਟ ਸੀ ਕਿ ਪਾਰਟੀ ਦੀ ਪ੍ਰਧਾਨਗੀ ਤੋਂ ਕੀ ਸੁਖਬੀਰ ਬਾਦਲ ਹਟਣਗੇ ਵੋਲੰਟੈਰੀਲੀ, ਕੀ ਉਹ ਫੈਸਲਾ ਲੈ ਸਕਦੇ ਨੇ। ਸੋ ਇਹ ਨਹੀਂ ਪੋਸੀਬਲ ਹੋ ਪਾਇਆ। ਬੀਤੇ 13 ਸਾਲ ਤੋਂ ਪਾਰਟੀ ਦੇ ਪ੍ਰਧਾਨ ਤੁਰੇ ਆ ਰਹੇ ਸੁਖਬੀਰ ਬਾਦਲ ਆਉਣ ਵਾਲੇ ਕੁਝ ਸਾਲ ਤੱਕ ਅਕਾਲੀ ਦਲ ਦੇ ਪ੍ਰਧਾਨ ਰਹਿਣਗੇ ਤੇ ਉਹਨਾਂ ਨੇ ਇੱਕ ਜਿਹੜਾ ਐਲਾਨ ਕੀਤਾ ਉਹ ਇਹ ਕੀਤਾ ਕਿ ਅਕਾਲੀ ਦਲ ਦਾ ਜਿਹੜਾ ਵੀ ਪ੍ਰਧਾਨ ਚੁਣਿਆ ਜਾਏਗਾ ਉਹ 2 ਸਕਸੈਸਿਵ ਟਰਮਸ 5-5 ਸਾਲ ਦੀਆਂ 2 ਟਰਮਸ ਮਤਲਬ 10 ਸਾਲ ਤੱਕ ਪ੍ਰਧਾਨ ਰਹਿ ਪਾਏਗਾ। ਉਹ ਵੀ ਜੇ ਉਸ ਨੂੰ ਡੈਲੀਗੇਟਸ ਚੁਣਦੇ ਨੇ। ਇੱਕ ਪ੍ਰਕਿਰਿਆ ਹੁੰਦੀ ਹੈ ਜਿਸ ਤਹਿਤ ਕਿ ਪਾਰਟੀ ਦੇ ਵਰਕਰ ਡੈਲੀਗੇਟ ਚੁਣਦੇ ਨੇ ਤੇ ਡੈਲੀਗੇਟਸ ਵੱਲੋਂ ਅੱਗੇ ਪ੍ਰਧਾਨ ਚੁਣਿਆ ਜਾਂਦਾ ਹੈ। ਤੇ ਅਕਾਲੀ ਦਲ ਦੇ ਕੇਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਬੀਤੇ ਤਕਰੀਬਨ 3 ਦਹਾਕਿਆਂ ਤੋਂ ਪਾਰਟੀ ਦੇ ਪ੍ਰਧਾਨ ਤੁਰੇ ਆ ਰਹੇ ਨੇ। ਸੋ ਪਰਿਵਾਰ ਦੇ ਵਿੱਚ ਹੀ ਪ੍ਰਧਾਨਗੀ ਹੈ ਤੇ ਸੁਖਬੀਰ ਬਾਦਲ ਦਾ ਜਿਹੜਾ ਅੱਜ ਦਾ ਐਲਾਨ ਹੈ ਉਸ ਦੇ ਵਿੱਚ ਇਹ ਚੀਜ਼ ਸਪਸ਼ਟ ਹੋ ਗਈ ਕਿ 13 ਸਾਲ ਦੀ ਪ੍ਰਧਾਨਗੀ ਨੂੰ ਕੰਟੀਨਿਊ ਕਰਨ ਤੋਂ ਬਾਅਦ ਆਉਣ ਵਾਲੇ 2 ਸਾਲ ਤੱਕ ਸੁਖਬੀਰ ਬਾਦਲ ਅਜੇ ਫੇਰ ਪ੍ਰਧਾਨ ਰਹਿਣਗੇ ਤੇ ਉਸ ਤੋਂ ਬਾਅਦ ਇਲੈਕਸ਼ਨ ਹੋਏਗਾ। ਇਲੈਕਸ਼ਨ ਦੇ ਵਿੱਚ ਉਹ ਜੇ ਦੁਬਾਰਾ ਜਿੱਤ ਜਾਂਦੇ ਨੇ, ਪ੍ਰਧਾਨ ਬਣ ਜਾਂਦੇ ਨੇ ਤਾਂ ਉਹਨਾਂ ਕੋਲ ਮੌਕਾ ਹੋਏਗਾ ਕਿ 2 ਟਰਮਸ ਤੱਕ ਉਹ ਦੁਬਾਰਾ ਪ੍ਰਧਾਨ ਰਹਿ ਪਾਉਣਗੇ, ਯਾਨੀ ਕਿ ਅਗਲੇ 2 + 10 12 ਸਾਲ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਬਾਦਲ ਨੂੰ ਹੀ ਆਪਣਾ ਪ੍ਰਧਾਨ ਦੇਖਣਾ ਪੈ ਸਕਦਾ ਹੈ। ਹੁਣ ਵੈਸੇ ਜੇ ਵੇਖਿਆ ਜਾਏ ਤਾਂ ਇਹ ਡਿਵੈਲਪਮੈਂਟ ਤੇ ਇਹ ਫਾਰਮੂਲਾ ਹੈ ਇਹ ਅਮਰੀਕੀ ਰਾਸ਼ਟਰਪਤੀ ਉੱਤੇ ਵੀ ਲਾਗੂ ਹੁੰਦਾ ਹੈ ਜੋ ਕਿ ਆਪਣੀਆਂ 2 ਟਰਮ ਸਕਸੈਸਿਵਲੀ ਰਹਿ ਸਕਦਾ ਹੈ ਅਮਰੀਕਾ ਦਾ ਰਾਸ਼ਟਰਪਤੀ, ਲੇਕਿਨ ਉਸ ਤੋਂ ਬਾਅਦ ਉਸ ਨੂੰ ਇੱਕ ਬ੍ਰੇਕ ਦੇਣੀ ਪੈਂਦੀ ਹੈ। ਸੋ ਉਹੀ ਫਾਰਮੈਟ ਅਕਾਲੀ ਦਲ ਨੇ ਵੀ ਆਪਣੇ ਉੱਤੇ ਲਾਗੂ ਕੀਤਾ ਹੈ। ਲੇਕਿਨ 13 ਸਾਲ ਤੋਂ ਪ੍ਰਧਾਨ ਤੁਰੇ ਆ ਰਹੇ ਸੁਖਬੀਰ ਬਾਦਲ ਹਜੇ ਵੀ ਪ੍ਰਧਾਨਗੀ ਤੋਂ ਹਟਣ ਲਈ ਬਿਲਕੁਲ ਮੈਨੂੰ ਲੱਗਦਾ ਨਹੀਂ ਰਾਜ਼ੀ ਹੈਗੇ ਨੇ ਤੇ ਉਹਨਾਂ ਨੇ ਫਾਰਮੂਲਾ ਵੀ ਇਸ ਤਰੀਕੇ ਨਾਲ ਡਿਵਾਈਸ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕੋਈ ਪ੍ਰਧਾਨ ਰਹੇ ਉਹ ਬਾਦਲ ਪਰਿਵਾਰ ਦੇ ਵਿੱਚੋਂ ਹੋਵੇ ਤਾਂ ਉਸ ਨੂੰ ਘੱਟੋ ਘੱਟ 10 ਸਾਲ ਪ੍ਰਧਾਨਗੀ ਕਰਨ ਦਾ ਮੌਕਾ ਮਿਲੇ। ਪਾਰਟੀ ਪੋਲਿਟਿਕਸ ਦੇ ਵਿੱਚ ਮੈਂ ਦਰਸ਼ਕਾਂ ਨੂੰ ਇੱਕ ਵਾਰ ਦੁਬਾਰਾ ਮੈਂ ਹਰ ਆਪਣੀ ਰਿਪੋਰਟ ਦੇ ਵਿੱਚ ਜਦੋਂ ਵੀ ਮੈਂ ਇਸ ਸੰਦਰਭ ਦੀ ਗੱਲ ਕੀਤੀ ਹੈ ਮੈਂ ਜ਼ਿਕਰ ਕੀਤਾ ਕਿ ਪਾਰਟੀ ਪੋਲਿਟਿਕਸ ਦੇ ਵਿੱਚ ਸਭ ਤੋਂ ਜ਼ਿਆਦਾ ਅਹਿਮੀਅਤ ਜਿਹੜੀ ਹੈ ਉਹ ਪਾਰਟੀ ਪ੍ਰਧਾਨ ਦੀ ਹੁੰਦੀ ਹੈ।
ਉਸ ਦਾ ਲੈਟਰ ਹੈਡ ਤੇ ਉਸ ਦੇ ਸਿਗਨੇਚਰ ਦੀ ਵੈਲਿਊ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਮੰਨਦਾ ਹੈ। ਮੁੱਖ ਮੰਤਰੀਆਂ ਨੂੰ ਹਟਾਉਣਾ, ਲਾਉਣਾ, ਖੜਾ ਕਰਨਾ, ਬਿਠਾਉਣਾ, ਇਹ ਸਭ ਕੁਝ ਪਾਰਟੀ ਪ੍ਰਧਾਨਾਂ ਦੇ ਹੱਥ ਵਿੱਚ ਹੁੰਦਾ ਹੈ। ਉਹ ਪਾਰਟੀਆਂ ਜਿਨ੍ਹਾਂ ਕੋਲ ਮੈਂਡੇਟ, ਜਿਨ੍ਹਾਂ ਕੋਲ ਮੈਜੋਰਿਟੀ ਹੁੰਦੀ ਹੈ। ਸੋ ਪਾਰਟੀ ਦੀ ਪ੍ਰਧਾਨਗੀ ਦੇ ਉੱਤੇ ਆਪਣੀ ਗ੍ਰਿਪ ਛੱਡਣਾ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਇਸ ਵਕਤ ਮਨਜ਼ੂਰ ਨਹੀਂ ਹੈ। ਮੁੱਦਾ ਇਹ ਸੀਗਾ ਕਿ ਅਕਾਲੀ ਦਲ ਦੀ ਜੋ ਦੁਰਦਸ਼ਾ ਬੀਤੇ 7 ਸਾਲਾਂ ਦੇ ਵਿੱਚ ਹੋਈ ਹੈ, ਉਸ ਤੋਂ ਉਭਾਰਨ ਲਈ ਕੋਈ ਅਜਿਹੇ ਡਰਾਸਟਿਕ ਸਟੈਪਸ ਲੈਣੇ ਪੈਣੇ ਨੇ ਜੋ ਕਿ ਇਸ ਵਕਤ ਲੈਣ ਦਾ ਇੱਕ ਬਹੁਤ ਸਹੀ ਸਮਾਂ ਸੀ। ਯਾਨੀ ਕਿ 2022 ਦੇ ਇਲੈਕਸ਼ਨ ਤੋਂ 6 ਮਹੀਨੇ ਦੇ ਵਕਫੇ ਦੇ ਵਿੱਚ ਜੇ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਛੱਡ ਦਿੰਦੇ ਨੇ ਜਾਂ ਛੱਡ ਦਿੰਦੇ, ਉਸ ਹਾਲਾਤ ਦੇ ਵਿੱਚ ਉਹਨਾਂ ਕੋਲ ਅਗਲੇ 4 ਸਾਲ ਬਾਅਦ ਜਾਂ 4-4.5 ਸਾਲ ਤੱਕ ਗਰਾਊਂਡ ਦੇ ਉੱਤੇ ਆਪਣਾ ਕੰਮ ਕਰਕੇ ਦੁਬਾਰਾ ਪ੍ਰਧਾਨ ਬਣਨ ਦਾ ਮੌਕਾ ਸੀ ਤੇ ਅਗਲੇ ਚੋਣਾਂ ਦੇ ਵਿੱਚ ਪ੍ਰਧਾਨ ਬਣ ਕੇ ਵੀ ਉਹ ਪਾਰਟੀ ਨੂੰ ਲੀਡ ਕਰ ਸਕਦੇ ਸੀ। ਲੇਕਿਨ ਉਹਨਾਂ ਨੇ ਇਸ ਚੀਜ਼ ਨੂੰ ਸਹੀ ਨਹੀਂ ਮੰਨਿਆ। ਅੱਜ ਪਾਰਟੀ ਨੂੰ ਇੱਕ ਸਰਜਰੀ ਦੀ ਲੋੜ ਹੈ। 15 ਤੋਂ 3 ਸੀਟਾਂ ਤੱਕ ਸਿकुड़ ਚੁੱਕੀ ਸ਼੍ਰੋਮਣੀ ਅਕਾਲੀ ਦਲ ਅੱਜ ਇੱਕ ਅਜਿਹੇ ਜਿਸ ਨੂੰ ਕਹਿੰਦੇ ਕਿ ਆਈਸੀਯੂ ਦੇ ਵਿੱਚ ਪਈ ਹੈ। ਸਿਆਸੀ ਆਈਸੀਯੂ ਕਹਾਂਗਾ, ਰਾਦਰ ਇੱਕ ਵੈਂਟੀਲੇਟਰ ਕਿਹਾ ਜਾ ਸਕਦਾ ਹੈ, ਜਿਸ ਉੱਤੇ ਬਹੁਤ ਔਖੇ ਸਾਹ ਇਸ ਪਾਰਟੀ, ਇਸ ਜਥੇਬੰਦੀ ਨੂੰ ਸਿਆਸੀ ਜਾਂ ਇਲੈਕਟੋਰਲ ਪੱਧਰ ਉੱਤੇ ਆ ਰਹੇ ਨੇ। ਉਹਨਾਂ ਔਖੇ ਸਾਹਾਂ ਵਿੱਚੋਂ ਕੱਢਣ ਲਈ ਇਸ ਪਾਰਟੀ ਨੂੰ ਇੱਕ ਆਕਸੀਜਨ ਦੀ ਡੋਜ਼ ਦੀ ਲੋੜ ਸੀ ਤੇ ਇੱਕ ਅਜਿਹਾ ਕਦਮ ਚੁੱਕਣ ਦੀ ਲੋੜ ਸੀ ਜੋ ਕਿ ਸੁਖਬੀਰ ਬਾਦਲ ਦੇ ਆਪਣੇ ਅਹੁਦੇ ਤੋਂ ਹਟਣ ਦੇ ਵਿੱਚ ਬਹੁਤ ਹੀ ਕਾਰਗਰ ਕਦਮ ਸਾਬਤ ਹੋ ਸਕਦਾ ਸੀ, ਕਿਉਂਕਿ ਅਜੇ ਕੋਈ ਅਜਿਹਾ ਸਮਾਂ ਨਹੀਂ ਹੈ ਜਦੋਂ ਕਿ ਚੋਣਾਂ ਸਾਹਮਣੇ ਹੈਗੀਆਂ ਨੇ। 4.5 ਸਾਲ ਦਾ ਸਮਾਂ ਪਿਆ ਪੰਜਾਬ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਤੇ ਜੇ ਇਸ ਕਦਮ ਦੇ ਨਾਲ ਪਾਰਟੀ ਦੀ ਲੀਡਰਸ਼ਿਪ ਜਾਂ ਪਾਰਟੀ ਦੀ ਇੰਟਰਨਲ ਡੈਮੋਕ੍ਰੇਸੀ ਨੂੰ ਲੈ ਕੇ ਇੱਕ ਚੰਗਾ ਮੈਸੇਜ ਜਾ ਸਕਦਾ ਤਾਂ ਉਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਹਰਜ ਹੋਣਾ ਚਾਹੀਦਾ ਸੀ। ਲੇਕਿਨ ਜਿਹੜਾ ਫੈਸਲਾ ਅੱਜ ਆਇਆ ਹੈ, ਯਾਨੀ ਕਿ ਸੁਖਬੀਰ ਬਾਦਲ ਨੇ ਉਸ ਪੂਰੀ ਦੀ ਪੂਰੀ ਗੱਲਬਾਤ ਨੂੰ ਹੀ ਰੂਲ ਆਊਟ ਕਰਤਾ ਹੈ ਤੇ ਇਹ ਚੀਜ਼ ਕਾਫੀ ਹੱਦ ਤੱਕ ਨਜ਼ਰ ਵੀ ਆ ਰਹੀ ਸੀ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਛੋਟੀ ਖੇਤਰੀ ਪਾਰਟੀਆਂ ਜੋ ਕਿ ਜ਼ਿਆਦਾਤਰ ਫਿਊਡਲ ਮਾਈਂਡਸੈਟਸ ਦੇ ਨਾਲ ਕੰਮ ਕਰਦੀਆਂ ਨੇ, ਉਹਨਾਂ ਦੇ ਵਿੱਚ ਆਪਣੀ ਪਾਰਟੀ ਦੀ ਕਮਾਨ ਤੇ ਆਪਣੀ ਚੌਧਰ ਜਿਹੜੀ ਛੱਡਣੀ ਹੈ ਉਹ ਬਹੁਤ ਔਖਾ ਕੰਮ ਹੁੰਦਾ ਹੈ ਤੇ ਅੱਜ ਉਹ ਚੀਜ਼ ਸਾਬਤ ਹੁੰਦੀ ਹੋਈ ਨਜ਼ਰ ਵੀ ਆ ਰਹੀ ਹੈ। ਲੇਕਿਨ ਇੱਥੇ ਸਮਝਣ ਵਾਲੀ ਗੱਲ ਇਹ ਵੀ ਸੀ ਕਿ ਪਰਖ ਦੀ ਕੜੀ ਵੀ ਇਹੀ ਸੀ, ਆਪਣੇ ਵਿਅਕਤੀਗਤ, ਨਿੱਜੀ ਤੇ ਪਰਿਵਾਰਿਕ ਮੁਫਾਦਾਂ ਤੋਂ ਉੱਠ ਕੇ ਪਾਰਟੀ ਦੀ ਸੇਵਾ ਜਾਂ ਜਥੇਬੰਦੀ ਲਈ ਸੈਲਫਲੈਸਲੀ ਕੰਮ ਕਰਨ ਦਾ ਇੱਕ ਮੁਜ਼ਾਹਰਾ ਦਿਖਾਉਣ ਦਾ ਮੌਕਾ ਵੀ ਇਹੀ ਸੀ, ਜਿਸ ਨੂੰ ਸ਼ਾਇਦ ਸੁਖਬੀਰ ਸਿੰਘ ਬਾਦਲ ਨੇ ਮਿਸ ਕਰ ਦਿੱਤਾ। ਪਾਰਟੀ ਦੇ ਵਿੱਚ ਇਹ ਸੈਂਟੀਮੈਂਟ ਅੰਦਰਲੇ ਪੱਧਰ ਉੱਤੇ ਰਿਹਾ ਹੋ ਸਕਦਾ ਹੈ ਕਿ ਪਾਰਟੀ ਦਾ ਜੇ ਲੀਡਰ ਬਦਲਿਆ ਜਾਂਦਾ ਹੈ, ਘੱਟੋ ਘੱਟ ਇੱਕ ਸੁਨੇਹਾ ਪਬਲਿਕ ਦੇ ਵਿੱਚ ਜਾਂਦਾ ਹੈ ਕਿ ਇਹ ਪਾਰਟੀ ਇੱਕ ਪਰਿਵਾਰ ਵਿਸ਼ੇਸ਼ ਜਾਂ ਲੀਡਰ ਵਿਸ਼ੇਸ਼ ਉੱਤੇ ਆਧਾਰਿਤ ਨਹੀਂ ਹੈ, ਕੇਂਦਰਿਤ ਨਹੀਂ ਹੈ, ਮੁਹਤਾਜ ਉਸ ਦੀ ਨਹੀਂ ਹੈ, ਤਾਂ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪੋਜ਼ਿਟਿਵ ਸਾਈਨ ਇਸ ਪਾਰਟੀ ਲਈ ਹੋਣਾ ਸੀ, ਜਿਸ ਨੇ ਕਿ ਭਵਿੱਖ ਦੇ ਵਿੱਚ ਪਾਰਟੀ ਦੀਆਂ ਰਾਹਾਂ ਹੋਰ ਖੋਲ੍ਹਣੀਆਂ ਸੀ। ਲੇਕਿਨ ਇਹ ਨਹੀਂ ਹੋ ਪਾਇਆ। ਹੁਣ ਆਪਾਂ ਇਸ ਚੀਜ਼ ਦਾ ਦਾਅਵਾ ਨਹੀਂ ਕਰ ਸਕਦੇ ਕਿ ਪਾਰਟੀ ਦੇ ਵਰਕਰ ਤੇ ਪਾਰਟੀ ਦੇ ਜਿਹੜੇ ਅਹੁਦੇਦਾਰ ਹੈਗੇ ਨੇ ਉਹ ਸੁਖਬੀਰ ਬਾਦਲ ਨੂੰ ਬਤੌਰ ਪ੍ਰਧਾਨ ਨਹੀਂ ਵੇਖਣਾ ਚਾਹੁੰਦੇ। ਇਹ ਪੋਸੀਬਲ ਹੈ ਕਿ ਪਾਰਟੀ ਦੀ ਜ਼ਿਆਦਾਤਰ ਜਿਹੜੀ ਲੀਡਰਸ਼ਿਪ ਹੈ, ਵਰਕਰ ਜਿਹੜੇ ਹੈਗੇ ਨੇ, ਐਡੀ ਬੁਰੀ ਤੇ ਖਸਤਾ ਹਾਲਤ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਨੂੰ ਹੀ ਦੇਖਣਾ ਚਾਹੁੰਦੇ ਹੋਣ ਤੇ ਇਹੀ ਇਸ ਪਾਰਟੀ ਦੀ ਬਦਕਿਸਮਤੀ ਵੀ ਹੋ ਸਕਦੀ ਹੈ। ਸੋ ਉਸ ਸਥਿਤੀ ਦੇ ਵਿੱਚ ਕੁਝ ਕੀਤਾ ਵੀ ਜ਼ਿਆਦਾ ਨਹੀਂ ਜਾ ਸਕਦਾ। ਲੇਕਿਨ ਇੱਕ ਚੀਜ਼ ਤਾਂ ਤੈਅ ਹੈ ਕਿ ਸੁਖਬੀਰ ਬਾਦਲ ਨੇ ਬਹੁਤ ਹੀ ਸਮਾਰਟਲੀ, ਬਹੁਤ ਹੀ ਪੋਲੀਟੀਕਲੀ, ਜਿਸ ਨੂੰ ਸ਼ਰੂਡਲੀ ਕਹਾਂਗੇ, ਆਪਣੀ 13 ਸਾਲ ਦੀ ਜਿਹੜੀ ਪ੍ਰਧਾਨਗੀ ਹੈ ਉਸ ਨੂੰ ਆਉਣ ਵਾਲੇ ਕੁਝ ਸਾਲਾਂ ਲਈ ਬਚਾਇਆ ਹੈ ਤੇ ਭਵਿੱਖ ਦੇ ਵਿੱਚ ਵੀ ਜੇ ਉਹ ਦੁਬਾਰਾ ਚੁਣੇ ਜਾਂਦੇ ਨੇ ਤਾਂ 10 ਸਾਲ ਤੱਕ ਉਹ ਬੈਕ ਟੂ ਬੈਕ ਪ੍ਰਧਾਨ ਰਹਿ ਸਕਣ। ਇਸ ਲਈ ਵੀ ਇੱਕ ਰੋਡ ਮੈਪ, ਘੱਟੋ ਘੱਟ ਆਪਣਾ ਵਿਅਕਤੀਗਤ ਰੋਡ ਮੈਪ ਜ਼ਰੂਰ ਸਾਹਮਣੇ ਰੱਖਤਾ ਹੈ। ਬਾਕੀ ਦੇ ਜਿਹੜੇ 12 ਪੁਆਇੰਟ ਬਚੇ ਨੇ ਉਹਨਾਂ ਦੇ ਵਿੱਚ ਪਾਰਟੀ ਦਾ ਕਿੱਡਾ ਕੁ ਭਲਾ ਹੋ ਪਾਏਗਾ ਇਹ ਵੇਖਣਾ ਬਾਕੀ ਰਹੇਗਾ। ਸਮਾਂ ਆਪਣੇ ਆਪ ਦੱਸ ਦੇਗਾ ਕਿ ਪਾਰਟੀ ਕਿੱਡੀ ਕੁ ਉਭਰੀ ਤੇ ਇਹਨਾਂ 13 ਪੁਆਇੰਟਾਂ, ਖੈਰ ਰਾਦਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ 13 ਨੁਕਾਤੀ ਪ੍ਰੋਗਰਾਮ ਹੈ ਉਹ ਪਹਿਲੀ ਕਿਸ਼ਤ ਹੈਗੀ ਹੈ, ਯਾਨੀ ਕਿ ਉਹ ਪਹਿਲੇ ਗੇੜ ਦੇ ਪਹਿਲੇ ਫੇਜ਼ ਦੇ ਸੁਝਾਅ ਤੇ ਰਿਫਾਰਮਸ ਹੈਗੀਆਂ ਨੇ ਜੋ ਕਿ ਪਾਰਟੀ ਦੇ ਜਥੇਬੰਦਕ ਪੱਧਰ ਉੱਤੇ ਹੋਣ ਜਾ ਰਹੀਆਂ ਨੇ। ਜਾਂਦੇ ਜਾਂਦੇ ਇਹ ਵੀ ਕਹਿਣਾ ਕਿ ਥੋੜੀ ਬਹੁਤ ਕਨਫਿਊਜ਼ਨ ਵੀ ਮੈਨੂੰ ਲੱਗੀ। ਯੂਥ ਜਿਹੜਾ ਵਿੰਗ ਹੈ ਅਕਾਲੀ ਦਲ ਦਾ ਉਹ ਇੱਕ ਯੂਥ ਵਿੰਗ ਹੈ, ਲੇਕਿਨ ਇਸ ਤੋਂ ਇਲਾਵਾ 2 ਸਟੂਡੈਂਟ ਵਿੰਗ ਇਸ ਵਕਤ ਅਕਾਲੀ ਦਲ ਕੋਲ ਹੈਗੇ ਨੇ। ਇੱਕ ਤਾਂ ਬਹੁਤ ਦਹਾਕੇ ਪੁਰਾਣੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਜਿਸ ਦੇ ਬੇਸ਼ੱਕ ਕਈ ਧੜੇ ਬਣ ਚੁੱਕੇ ਨੇ, ਲੇਕਿਨ ਧਰਮ ਯੁੱਧ ਮੋਰਚੇ ਦੇ ਸਮਿਆਂ ਤੋਂ ਬਹੁਤ ਹੀ ਐਕਟਿਵ, ਬਹੁਤ ਹੀ ਰੈਲੇਵੈਂਟ ਰਹੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੀ ਇੱਕ ਸਟੂਡੈਂਟ ਵਿੰਗ ਹੈ ਤੇ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ, ਜਿਸ ਨੂੰ 2011-12 ਦੇ ਆਸ-ਪਾਸ ਸ਼ੁਰੂ ਕੀਤਾ ਜਾਂਦਾ ਹੈ। ਸੋ ਅੱਜ ਇਹ ਵੀ ਐਲਾਨ ਕੀਤਾ ਗਿਆ ਕਿ ਯੂਥ ਦੇ ਇਹ ਦੋਵੇਂ ਵਿੰਗ ਸਾਈਮਲਟੇਨੀਅਸਲੀ ਚੱਲਣਗੇ। ਸੋ ਡੁਪਲਿਸਿਟੀ ਨਹੀਂ ਹੋਏਗੀ, ਇਹਨਾਂ ਦੇ ਫੰਕਸ਼ਨ ਦੇ ਵਿੱਚ ਓਵਰਲੈਪ ਨਹੀਂ ਹੋਏਗਾ। ਤਾਂ ਇਸ ਚੀਜ਼ ਨੂੰ ਕਿਵੇਂ ਇੰਸ਼ੋਰ ਕੀਤਾ ਜਾਏਗਾ? ਸੋ ਇੱਕ ਪਾਰਟੀ ਨੂੰ ਕਿ 2 ਸਟੂਡੈਂਟ ਵਿੰਗਸ ਦੀ ਲੋੜ ਹੈ, ਇੱਕ ਬਹੁਤ ਵੱਡੀ ਕਨਫਿਊਜ਼ਨ ਹੈ। ਤੇ ਸਭ ਤੋਂ ਅਹਿਮ ਗੱਲ ਹੈ ਕਿ ਸੁਖਬੀਰ ਬਾਦਲ ਦੀ ਅੱਜ ਦੀ ਜਿਹੜੀ ਗੱਲਬਾਤ ਸੀ ਉਸ ਦਾ ਇੱਕ ਮੈਂ ਛੋਟਾ ਜਿਹਾ ਅੰਸ਼ ਤੁਹਾਡੇ ਸਾਹਮਣੇ ਕਰਨਾ ਚਾਹਾਂਗਾ, ਜਿਸ ਤੋਂ ਕਿ ਉਹਨਾਂ ਦੀ ਸੋਚ ਦਾ ਕਾਫੀ ਹੱਦ ਤੱਕ ਪਤਾ ਲੱਗਦਾ ਹੈ। ਉਹਨਾਂ ਨੇ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਕਹੀ। ਬਿਆਨ ਉਹਨਾਂ ਦਾ ਹੈ ਕਿ ਪਾਰਟੀ ਦਾ ਜਿਹੜਾ ਵਰਕਰ ਹੈ ਉਹੀ ਤੈਅ ਕਰਦਾ ਹੈ ਕਿ ਪਾਰਟੀ ਚੰਗਾ ਪਰਫਾਰਮ ਕਰੇਗੀ ਕਿ ਮਾੜਾ ਪਰਫਾਰਮ ਕਰੇਗੀ। ਸੋ ਇਹ ਬਿਆਨ ਤੁਸੀਂ ਸੁਣੋ, ਜਿਸ ਵਿੱਚ ਕਿ ਉਹਨਾਂ ਨੇ ਆਪਣੀ ਪਾਰਟੀ ਦੀ ਜਿਹੜੀ ਪਰਫਾਰਮੈਂਸ 2017 ਜਾਂ 22 ਦੀ ਰਹੀ ਉਸ ਦਾ ਪੂਰਾ ਠੀਕਰਾ ਜਿਹੜਾ ਸੀ
ਉਹ ਲੈ ਦੇ ਕੇ ਵਰਕਰ ਦੇ ਸਿਰ ਹੀ ਭੰਨ ਦਿੱਤਾ। ਮੈਂ ਇਸ ਗੱਲਬਾਤ ਉੱਤੇ ਆਪਣੀ ਟਿੱਪਣੀ ਬਾਅਦ ਚ ਦਾਂਗਾ। ਮੈਂ ਹਾਲੇ ਵੀ ਕਹਿਣਾ ਸਭ ਤੋਂ ਵਧੀਆ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਹ ਜੇ ਹੈ, ਜਿੱਤ ਹਾਰ ਅਕਾਲੀ ਦਲ ਦੀ ਉਦੋਂ ਹੁੰਦੀ ਹੈ ਜੇ ਵਰਕਰ ਕਾਇਮ ਹੋ ਜਾਂਦੇ ਤੇ ਜਿੱਤ ਜਾਂਦੇ, ਜੇ ਢਿੱਲੇ ਪੈ ਜਾਂਦੇ ਤੇ ਆਪੋ ਪਾਰਟੀ ਹਾਰ ਹੋ ਜਾਂਦੀ ਹੈ। ਆ ਪਿਛਲੇ 2 ਇਲੈਕਸ਼ਨਾਂ ਥੋੜੇ ਢਿੱਲੇ ਪੈ ਗਏ ਤੇ ਵਰਕਰਾਂ ਨੂੰ ਕਿਵੇਂ ਤਕੜਾ ਕਰਨਾ, ਕਿਵੇਂ ਪਾਰਟੀ ਵਿੱਚ। ਸੋ ਦੇਖਿਆ ਤੁਸੀਂ ਪਾਰਟੀ ਪ੍ਰਧਾਨ ਨੇ ਕਿੱਡੇ ਸੌਖੇ ਤਰੀਕੇ ਨਾਲ ਪਾਰਟੀ ਦੀਆਂ 2017 ਤੇ 22 ਦੀਆਂ ਹਾਰਾਂ ਦਾ ਜਿਹੜਾ ਪੂਰਾ ਦਾ ਪੂਰਾ ਸਿਹਰਾ ਜਾਂ ਠੀਕਰਾ ਸੀਗਾ ਉਹ ਆਪਣੇ ਵਰਕਰਾਂ ਦੇ ਸਿਰ ਉੱਤੇ ਭੰਨਤਾ। ਮੈਨੂੰ ਯਾਦ ਹੈ 2012 ਵਿੱਚ ਜਦੋਂ ਪਾਰਟੀ ਦੁਬਾਰਾ ਜਿੱਤੀ ਸੀ ਤਾਂ ਸੁਖਬੀਰ ਬਾਦਲ ਨੂੰ ਇੱਕ ਵਿਜ਼ਿਟ ਦਿਖਾਇਆ ਗਿਆ ਸੀ, ਇੱਕ ਮਾਸਟਰ ਪਲਾਨਰ ਦਿਖਾ ਕੇ ਇਹ ਸਮਝਾਇਆ ਗਿਆ ਸੀਗਾ ਕਿ ਸੁਖਬੀਰ ਨੇ ਤਾਂ ਇੱਕ ਰਿਕਾਰਡ ਹੀ ਕਾਇਮ ਕਰਤਾ ਐਂਡ ਇਟ ਵਾਸ ਅ ਫੈਕਟ। ਪੰਜਾਬ ਦੇ ਵਿੱਚ ਪਹਿਲੀ ਵਾਰ ਕਿਸੇ ਪਾਰਟੀ ਦੀ ਸਰਕਾਰ ਰਿਪੀਟ ਹੋਈ ਸੀ 2012 ਦੇ ਵਿੱਚ। ਉਸ ਵਕਤ ਸਾਰੀ ਦੀ ਸਾਰੀ ਜਿਹੜਾ ਸਿਹਰਾ ਸੀਗਾ ਜਿੱਤ ਦਾ ਉਹ ਸੁਖਬੀਰ ਬਾਦਲ ਦੇ ਸਿਰ ਉੱਤੇ ਬੰਨਿਆ ਗਿਆ ਤੇ 22 ਤੇ 17 ਦੀਆਂ ਹਾਰਾਂ ਦਾ ਠੀਕਰਾ ਕਿਸ ਦੇ ਸਿਰ ਉੱਤੇ ਭੰਨਿਆ ਜਾ ਰਿਹਾ ਤੁਸੀਂ ਇਸ ਬਿਆਨ ਦੇ ਵਿੱਚ ਖੁਦ ਸੁਣ ਚੁੱਕੇ ਹੋ। ਮਾਨਸਿਕਤਾ ਨੂੰ ਦਰਸਾਉਂਦਾ ਹੈ। ਇੱਕ ਚੰਗਾ ਲੀਡਰ ਹਾਰ ਦੀ ਜਿਹੜੀ ਜ਼ਿੰਮੇਵਾਰੀ ਉਸ ਨੂੰ ਆਪਣੇ ਤੇ ਕਬੂਲਣੀ ਚਾਹੀਦੀ ਹੈ ਤੇ ਜਿੱਤ ਦਾ ਸਿਹਰਾ ਆਪਣੇ ਵਰਕਰਾਂ ਨੂੰ ਦੇਣਾ ਚਾਹੀਦਾ, ਆਪਣੀ ਟੀਮ ਦੇ ਸਿਰ ਬੰਨ੍ਹਣਾ ਚਾਹੀਦਾ ਹੈ। ਅੱਜ ਉਹ ਜਿਹੜੀ ਸਪਿਰਿਟ ਹੈ ਕਿਤੇ ਨਾ ਕਿਤੇ ਇਸ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਮੈਨੂੰ ਉਸ ਦੀ ਕਮੀ ਨਜ਼ਰ ਆ ਰਹੀ ਹੈ। ਲੇਕਿਨ ਮੈਂ ਆਸ ਇਹ ਜ਼ਰੂਰ ਕਰਦਾ ਕਿ ਅਕਾਲੀ ਦਲ ਲਈ ਭਵਿੱਖ ਥੋੜਾ ਬੈਟਰ ਹੋਵੇ, ਕਿਉਂਕਿ ਅਕਾਲੀ ਦਲ ਦੀ ਰਾਜਨੀਤੀ ਦੇ ਵਿੱਚ ਇਸ ਇੰਟਰਸਟ ਦਾ ਕਾਰਨ ਬਹੁਤ ਸਿੰਪਲ ਹੈ। ਦੇਸ਼ ਦੇ ਵਿੱਚ ਅੱਜ ਬਹੁਤ ਘੱਟ ਅਜਿਹੀਆਂ ਪਾਰਟੀਆਂ ਨੇ ਜੋ ਕਿ ਖੇਤਰੀ ਪਾਰਟੀਆਂ ਵੀ ਹੈਗੀਆਂ ਨੇ ਤੇ ਇਸ ਕੇਸ ਦੇ ਵਿੱਚ ਇੱਕ ਪੰਥਕ ਜਮਾਤ ਦੇ ਰੂਪ ਵਿੱਚ ਵੀ ਅਕਾਲੀ ਦਲ ਦੀ ਬੜੀ ਮਹੱਤਵਪੂਰਨ ਭੂਮਿਕਾ ਹੈ। ਸੋ ਇੱਕ ਬਹੁਤ ਹੀ ਡੈਡਲੀ ਕੰਬੀਨੇਸ਼ਨ ਹੈ ਰੀਜਨਲ ਐਂਡ ਪੰਥਕ ਰਿਲੀਜੀਅਸ ਪਾਰਟੀ ਦਾ। ਸੋ ਇਸ ਪਾਰਟੀ ਦਾ ਉੱਭਰਨਾ ਤੇ ਮਜ਼ਬੂਤ ਰਹਿਣਾ ਪੰਜਾਬ ਦੇ ਖੇਤਰੀ ਹਿੱਤਾਂ ਲਈ ਤੇ ਪੰਥਕ ਹਿੱਤਾਂ ਲਈ ਬਹੁਤ ਮਹੱਤਵਪੂਰਨ ਹੈ। ਸੋ ਇਸੇ ਵਾਸਤੇ ਇਸ ਪਾਰਟੀ ਦੇ ਉੱਤੇ ਆਪਾਂ ਇੱਕ ਰਿਪੋਰਟ ਬਣਾਈ ਹੈ। ਨਹੀਂ ਤਾਂ ਪਾਰਟੀਆਂ ਦੇ ਇੰਟਰਨਲ ਮੈਟਰਸ ਹੈਗੇ ਨੇ, ਉਹ ਪਾਰਟੀਆਂ ਨੂੰ ਮੁਬਾਰਕ ਹੋਣ। ਸਾਨੂੰ ਤੁਹਾਨੂੰ ਆਪਣਾ ਸਮਾਂ ਇਹਨਾਂ ਦੇ ਉੱਤੇ ਬਤੀਤ ਕਰਨ ਦੀ ਜਾਂ ਉਸ ਨੂੰ ਲਗਾਉਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੋਣੀ ਚਾਹੀਦੀ। ਲੇਕਿਨ ਚੂੰਕਿ ਇੱਕ ਰੀਜਨਲ ਪਾਰਟੀ ਹੈ ਜਿਸ ਤੋਂ ਬਹੁਤ ਆਸਾਂ ਹੈਗੀਆਂ ਨੇ ਪੰਜਾਬ ਦੇ ਰੀਜਨਲ ਕੰਸਰਨਸ ਦੇ ਪੱਖੋਂ, ਸੋ ਆਪਾਂ ਸਮਾਂ ਲਾ ਰਹੇ ਹਾਂ ਤੇ ਕੁਝ ਹੱਦ ਤੱਕ ਸਾਡੀ ਚਿੰਤਾਵਾਂ ਵੀ ਹੈਗੀਆਂ ਨੇ। ਜਿਹੜੇ ਫੈਸਲੇ ਲਏ ਜਾ ਰਹੇ ਨੇ ਉਹ ਚੰਗੇ ਹੋਣਗੇ ਮਾੜੇ ਹੋਣਗੇ, ਇਹਨਾਂ ਗੱਲਾਂ ਬਾਤਾਂ ਨੂੰ ਲੈ ਕੇ। ਸੋ ਬਹਰਹਾਲ ਮੇਰੀ ਤੇ ਇਹੀ ਐਨਾਲਿਸਿਸ ਸੀ। ਤੁਸੀਂ ਆਪਣੀ ਫੀਡਬੈਕ, ਆਪਣੇ ਕਮੈਂਟ, ਆਪਣੀ ਤੁਹਾਡੀ ਜਿਹੜੀ ਰਾਏ ਹੈ ਉਹ ਜ਼ਰੂਰ ਮੇਰੇ ਕਮੈਂਟ ਬਾਕਸ ਦੇ ਵਿੱਚ ਫੀਡਬੈਕ ਦੇ ਸ਼ਕਲ ਦੇ ਵਿੱਚ ਦਿੰਦੇ ਰਹੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਇੱਕ ਹੋਰ ਰਿਪੋਰਟ ਲੈ ਕੇ ਫਿਰ ਹਾਜ਼ਰ ਹੋਵਾਂਗਾ ਕੱਲ। ਸਟੇ ਟਿਊਨਡ।